ਕੋਈ ਸੰਘਰਸ਼ ਉੱਠਦਾ ਆ ਤਾਂ ਹਕੂਮਤਾਂ ਉਸ ਸੰਘਰਸ਼ ਨੂੰ ਖਤਮ ਕਰਨ ਵਾਸਤੇ, ਬਦਨਾਮ ਕਰਨ ਦੇ ਵਾਸਤੇ, ਲੋਕਾਂ ਦੇ ਮਨਾਂ ਦੇ ਵਿੱਚ ਦਹਿਸ਼ਤ ਫੈਲਾਉਣ ਵਾਸਤੇ ਜਿਹੜੀ ਉਸ ਸੰਘਰਸ਼ ਨੂੰ ਸਪੋਰਟ ਮਿਲ ਰਹੀ ਹੋਵੇ ਉਹਨੂੰ ਖਿੱਚਣ ਦੇ ਵਾਸਤੇ, ਉਹਨੂੰ ਖੋਹਣ ਦੇ ਵਾਸਤੇ ਕਈ ਤਰੀਕੇ ਦੇ ਜਿਹੜੇ ਯਤਨ ਆ ਉਹ ਕਰਦੀਆਂ। ਹੁਣ ਜਦੋਂ ਕਿਸਾਨੀ ਸੰਘਰਸ਼ ਸਿਖਰਾਂ ਦੇ ਉੱਤੇ ਆ, ਨੌਜਵਾਨ, ਪੰਜਾਬ ਦੇ ਨੌਜਵਾਨ ਆਪਣਾ ਫਰਜ਼ ਨਿਭਾ ਰਹੇ ਆ, ਸਿੱਖ ਨੌਜਵਾਨ ਆਪਣਾ ਫਰਜ਼ ਨਿਭਾ ਰਹੇ ਸੀ, ਤਾਂ ਸਿੱਖ ਨੌਜਵਾਨਾਂ ਦੇ ਮਨਾਂ ਦੇ ਵਿੱਚ, ਪੰਜਾਬ ਦੇ ਨੌਜਵਾਨਾਂ ਦੇ ਮਨਾਂ ਦੇ ਵਿੱਚ ਇੱਕ ਦਹਿਸ਼ਤ ਜੀ ਫੈਲਾਉਣ ਵਾਸਤੇ, ਡਰਾਵਾ ਉਹਨਾਂ ਨੂੰ ਦੇਣ ਦੇ ਵਾਸਤੇ ਮੈਂ ਸਮਝਦਾ ਹਾਂ ਕਿ ਮੋਦੀ ਸਰਕਾਰ ਨੇ NIA ਨੂੰ ਜਿਹੜਾ ਵਰਤਿਆ ਆ। ਨੇ ਜਿਹੜੀ ਸਾਡੀ ਲੰਬੀ ਪੁੱਛਗਿੱਛ ਆ ਉਹ ਕੀਤੀ ਆ। ਤਕਰੀਬਨ 9 ਘੰਟੇ ਉਹਨਾਂ ਨੇ ਜਿਹੜੀ ਮੈਨੂੰ ਪੁੱਛਗਿੱਛ ਦੇ ਲਈ ਜਿਹੜਾ ਬੁਲਾਇਆ ਸੀ, 9 ਘੰਟੇ ਲਈ ਉਹਨਾਂ ਨੇ ਜਿਹੜੀ ਪੁੱਛਗਿੱਛ ਆ ਉਹ ਕੀਤੀ ਹੈ। ਤੋਂ ਦਫ਼ਤਰੋਂ ਬਾਹਰ ਭੇਜਣਾ ਸੀ ਤੇ ਉਹਨਾਂ ਦੇ ਐਂਡਲੇ 20 ਮਿੰਟ ਇੱਕ ਮਿੱਠੇ ਲਫ਼ਜ਼ਾਂ ਦੇ ਵਿੱਚ ਇੱਕ ਡਰਾਵਾ ਜਿਹਾ ਸੀ, ਇੱਕ ਧਮਕੀ ਜੀ ਸੀ, ਜਿਵੇਂ ਉਹ ਕਹਿੰਦੇ ਸੀ ਕਿ जेल में डाल देंगे, आपकी ਜਿਹੜੀ बीवी वो रोती रहेगी, बच्चा आपका रुल जाएगा, जो आप खालिस्तान का प्रचार करते हैं और जो आप धरनों में जाते हैं। वो हिंदी ਦੇ ਵਿੱਚ ਹੀ ਸਾਰੀ ਗੱਲ ਕਰਦਾ ਸੀ, ਹੈ ਨਾ, आपको हम छोड़ेंगे। ਇਹਨੂੰ ਦੱਸਿਆ ਕਿ ਆਪਣੇ ਧਰਮ ਦਾ ਜਿਹੜਾ ਪ੍ਰਚਾਰ ਪ੍ਰਸਾਰ ਕਰਨਾ, ਲੋੜਵੰਦਾਂ ਦੀ ਸਹਾਇਤਾ ਕਰਨੀ, ਆਪਣੇ ਹੱਕਾਂ ਦੀ ਗੱਲ ਕਰਨੀ, ਜਾਂ ਇੱਕ ਖਾਲਿਸਤਾਨ ਦੀ ਵਿਚਾਰਧਾਰਾ ਦੇ ਨਾਲ ਸੰਬੰਧ ਹੋਣਾ, ਖਾਲਿਸਤਾਨ ਦੇ ਲਈ ਸੰਘਰਸ਼ ਕਰਨਾ, ਇਹ ਕੋਈ ਗੈਰ ਕਾਨੂੰਨੀ ਨਹੀਂ। ਸਾਂਝਾ ਪੰਜਾਬ TV ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਜੰਗਬੀਰ ਸਿੰਘ ਸਵਾਗਤ ਕਰਦਾ ਹਾਂ। ਜਿੱਦਾਂ ਕਿ ਤੁਸੀਂ ਜਾਣਦੇ ਹੋ, ਆਪਾਂ ਸਿੰਘੂ ਬਾਰਡਰ ਤੋਂ ਤੁਹਾਨੂੰ ਹਰ ਸਮੇਂ ਦੀ ਅਪਡੇਟ ਦੇ ਰਹੇ ਹਾਂ ਕਿਸਾਨੀ ਸੰਘਰਸ਼ ਦੀ। ਉਸੇ ਤਰ੍ਹਾਂ ਹੀ ਇਹ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਇੱਕ ਚੀਜ਼ ਬਹੁਤ ਵਾਇਰਲ ਹੋਈ, NIA ਦੇ ਨੋਟਿਸ, ਜਿਨ੍ਹਾਂ ਬਾਰੇ ਬਹੁਤ ਮਨਾਂ ਦੇ ਵਿੱਚ ਲੋਕਾਂ ਨੂੰ 60 ਤੋਂ ਵੱਧ ਲੋਕਾਂ ਤੱਕ ਇਸ ਨੋਟਿਸ ਪਹੁੰਚੇ ਨੇ ਸਰਕਾਰ ਵੱਲੋਂ। ਪਰ ਦੇਖਿਆ ਜਾਏ ਤੇ ਉਹਨਾਂ ਵਿੱਚ ਜਿਨ੍ਹਾਂ ਨੇ ਪੇਸ਼ੀਆਂ ਭਰੀਆਂ ਨੇ ਉਹ ਸਾਡੇ ਨਾਲ, ਉਹਨਾਂ 'ਚੋਂ ਇੱਕ ਵੀਰ ਜੀ ਮੌਜੂਦ ਨੇ, ਭਾਈ ਰਣਜੀਤ ਸਿੰਘ, ਦਮਦਮੀ ਟਕਸਾਲ ਦੇ ਨੇ। ਤੇ ਅੱਜ ਉਹਨਾਂ ਕੋਲ ਆਪਾਂ ਜਾਣਾਂਗੇ ਕਿ ਵੀ ਉਹਨਾਂ ਦਾ ਜਿਹੜੀ ਮੀਟਿੰਗ ਦੇ ਜਿੱਥੇ ਉਹ ਗਏ ਸੀ, ਜਿੱਥੇ ਇਨਵੈਸਟੀਗੇਸ਼ਨ ਕੀਤੀ ਗਈ, ਉਹਨਾਂ ਵੱਲੋਂ ਕਿਹੋ ਜਿਹਾ ਵਤੀਰਾ ਇਹਨਾਂ ਨਾਲ ਕੀਤਾ ਗਿਆ ਤੇ ਕਿੱਦਾਂ ਕੀ ਗੱਲਬਾਤ ਚੱਲੀ ਔਰ ਕੀ ਕਾਰਨ ਸੀ ਉਹਨਾਂ ਨੂੰ ਉੱਥੇ ਬੁਲਾਇਆ ਗਿਆ। ਸਭ ਤੋਂ ਪਹਿਲਾਂ ਉਹਨਾਂ ਦਾ ਆਪਾਂ ਸਵਾਗਤ ਕਰਦੇ ਹਾਂ ਸਾਂਝਾ ਪੰਜਾਬ TV ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸਭ ਤੋਂ ਪਹਿਲਾਂ ਆਪਾਂ ਜਾਣਨਾ ਚਾਹਾਂਗੇ, ਜਿਹੜਾ ਤੁਸੀਂ ਕੱਲ ਤੁਸੀਂ ਪੇਸ਼ੀ ਭਰ ਕੇ ਆਏ ਹੋ ਦਿੱਲੀ ਦੇ ਵਿੱਚ, NIA ਦੇ ਨੋਟਿਸ ਆਇਆ ਸੀ, ਸਭ ਤੋਂ ਪਹਿਲਾਂ ਸਾਨੂੰ ਦੱਸੋ ਉਹ ਨੋਟਿਸ ਤੁਹਾਨੂੰ ਕਿਸ ਕਾਰਨ ਆਇਆ ਸੀ? ਜਦੋਂ ਵੀ ਮੈਂ ਸਮਝਦਾ ਹਾਂ ਕੋਈ ਸੰਘਰਸ਼ ਉੱਠਦਾ ਆ ਤਾਂ ਹਕੂਮਤਾਂ ਉਸ ਸੰਘਰਸ਼ ਨੂੰ ਖਤਮ ਕਰਨ ਵਾਸਤੇ, ਬਦਨਾਮ ਕਰਨ ਦੇ ਵਾਸਤੇ, ਲੋਕਾਂ ਦੇ ਮਨਾਂ ਦੇ ਵਿੱਚ ਦਹਿਸ਼ਤ ਫੈਲਾਉਣ ਵਾਸਤੇ, ਜਿਹੜੀ ਉਸ ਸੰਘਰਸ਼ ਨੂੰ ਸਪੋਰਟ ਮਿਲ ਰਹੀ ਹੋਵੇ ਉਹਨੂੰ ਖਿੱਚਣ ਦੇ ਵਾਸਤੇ, ਉਹਨੂੰ ਖੋਹਣ ਦੇ ਵਾਸਤੇ ਕਈ ਤਰੀਕੇ ਦੇ ਜਿਹੜੇ ਯਤਨ ਆ ਉਹ ਕਰਦੀਆਂ। ਹੁਣ ਜਦੋਂ ਕਿਸਾਨੀ ਸੰਘਰਸ਼ ਸਿਖਰਾਂ ਦੇ ਉੱਤੇ ਆ, ਨੌਜਵਾਨ, ਪੰਜਾਬ ਦੇ ਨੌਜਵਾਨ ਆਪਣਾ ਫਰਜ਼ ਨਿਭਾ ਰਹੇ ਆ, ਸਿੱਖ ਨੌਜਵਾਨ ਆਪਣਾ ਫਰਜ਼ ਨਿਭਾ ਰਹੇ ਸੀ, ਤਾਂ ਸਿੱਖ ਨੌਜਵਾਨਾਂ ਦੇ ਮਨਾਂ ਦੇ ਵਿੱਚ, ਪੰਜਾਬ ਦੇ ਨੌਜਵਾਨਾਂ ਦੇ ਮਨਾਂ ਦੇ ਵਿੱਚ ਇੱਕ ਦਹਿਸ਼ਤ ਜੀ ਫੈਲਾਉਣ ਵਾਸਤੇ, ਡਰਾਵਾ ਉਹਨਾਂ ਨੂੰ ਦੇਣ ਦੇ ਵਾਸਤੇ ਮੈਂ ਸਮਝਦਾ ਹਾਂ ਕਿ ਮੋਦੀ ਸਰਕਾਰ ਨੇ NIA ਨੂੰ ਜਿਹੜਾ ਵਰਤਿਆ ਆ, NIA ਨੂੰ ਹੁਕਮ ਕੀਤੇ ਆ ਤੇ ਉਹਨਾਂ ਨੇ ਜਿਹੜੀ ਸਾਡੀ ਲੰਬੀ ਪੁੱਛਗਿੱਛ ਆ ਉਹ ਕੀਤੀ ਆ। ਤਕਰੀਬਨ 9 ਘੰਟੇ ਉਹਨਾਂ ਨੇ ਜਿਹੜੀ ਮੈਨੂੰ ਪੁੱਛਗਿੱਛ ਦੇ ਲਈ ਜਿਹੜਾ ਬੁਲਾਇਆ ਸੀ, 9 ਘੰਟੇ ਲਈ ਉਹਨਾਂ ਨੇ ਜਿਹੜੀ ਪੁੱਛਗਿੱਛ ਆ ਉਹ ਕੀਤੀ ਆ। ਦੇਖਿਆ ਜਾਏ ਤੇ ਮੋਸਟਲੀ ਬੰਦੇ ਇਹਦੇ 'ਚ ਕਿਹੜੇ ਰਿਲੇਟਡ ਸੀ? ਸਿੱਖ ਧਰਮ ਤੋਂ ਰਿਲੇਟਡ ਦੇਖੇ ਗਏ ਨੇ, ਕੁਝ ਪੱਤਰਕਾਰ ਸੀ ਤੇ ਕੁਝ ਸਿੱਖ ਧਰਮ ਤੋਂ ਰਿਲੇਟਡ ਸੀ। ਤੇ ਜੇ ਦੇਖਿਆ ਜਾਏ ਤਾਂ ਤੁਹਾਨੂੰ ਉੱਥੇ ਕਿਸ ਤਰ੍ਹਾਂ ਤੁਹਾਡੇ ਨਾਲ ਗੱਲਬਾਤ ਕੀਤੀ ਗਈ ਔਰ ਕਿਸ ਤਰ੍ਹਾਂ ਦਾ ਵਤੀਰਾ ਸੀ ਉਹਨਾਂ ਅਫਸਰਾਂ ਦਾ? ਦੇਖੋ, ਗੱਲਬਾਤ ਦਾ ਵਤੀਰਾ ਤੇ ਉਹਨਾਂ ਦਾ ਕਾਫੀ ਵਧੀਆ ਸੀ, ਪਰ ਜਿਹੜੇ ਐਂਡਲੇ 20 ਮਿੰਟ ਸਨ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਤਕਰੀਬਨ 9 ਘੰਟੇ ਪੁੱਛਗਿੱਛ ਹੋਈ ਆ, ਪਰ ਜਿਹੜੇ ਐਂਡਲੇ 20 ਮਿੰਟ ਜਦੋਂ ਉਹਨਾਂ ਨੇ 7:30 ਵਜੇ ਮੈਨੂੰ ਛੱਡਣਾ ਸੀ, ਰਿਹਾ ਕਰਨਾ ਸੀ, ਹੈ ਨਾ, ਉੱਥੋਂ ਦਫ਼ਤਰੋਂ ਬਾਹਰ ਭੇਜਣਾ ਸੀ, ਤੇ ਉਹਨਾਂ ਦੇ ਐਂਡਲੇ 20 ਮਿੰਟ ਇੱਕ ਮਿੱਠੇ ਲਫ਼ਜ਼ਾਂ ਦੇ ਵਿੱਚ ਇੱਕ ਡਰਾਵਾ ਜਿਹਾ ਸੀ, ਇੱਕ ਧਮਕੀ ਜੀ ਸੀ, ਜਿਵੇਂ ਉਹ ਕਹਿੰਦੇ ਸੀ ਕਿ जेल में डाल देंगे, आपकी ਜਿਹੜੀ बीवी वो रोती रहेगी, बच्चा आपका रुल जाएगा, जो आप खालिस्तान का प्रचार करते हैं और जो आप धरनों में जाते हैं। वो हिंदी ਦੇ ਵਿੱਚ ਹੀ ਸਾਰੀ ਗੱਲ ਕਰਦਾ ਸੀ, ਹੈ ਨਾ, आपको हम छोड़ेंगे नहीं, आप इनसे पीछे हट जाएं। ਮੈਂ ਇਹਨੂੰ ਦੱਸਿਆ ਕਿ ਆਪਣੇ ਧਰਮ ਦਾ ਜਿਹੜਾ ਪ੍ਰਚਾਰ ਪ੍ਰਸਾਰ ਕਰਨਾ, ਲੋੜਵੰਦਾਂ ਦੀ ਸਹਾਇਤਾ ਕਰਨੀ, ਆਪਣੇ ਹੱਕਾਂ ਦੀ ਗੱਲ ਕਰਨੀ, ਜਾਂ ਇੱਕ ਖਾਲਿਸਤਾਨ ਦੀ ਵਿਚਾਰਧਾਰਾ ਦੇ ਨਾਲ ਸੰਬੰਧ ਹੋਣਾ, ਖਾਲਿਸਤਾਨ ਦੇ ਲਈ ਸੰਘਰਸ਼ ਕਰਨਾ, ਇਹ ਕੋਈ ਗੈਰ ਕਾਨੂੰਨੀ ਨਹੀਂ ਆ, ਇਹ ਕੋਈ ਹਿੰਸਕ ਨਹੀਂ ਆ, ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਗੱਲ ਕਰਦੇ ਹਾਂ। ਮੈਂ ਆਖਿਆ ਕਿ ਤੁਸੀਂ ਸੁਪਰੀਮ ਕੋਰਟ ਨੂੰ ਮੰਨਦੇ ਹੋ ਕਿ ਸੁਪਰੀਮ ਕੋਰਟ ਕਹਿੰਦੀ ਕਿ ਖਾਲਿਸਤਾਨ ਲਿਖ ਸਕਦੇ ਹੋ ਅਤੇ ਤੁਸੀਂ ਜਿਹੜਾ ਖਾਲਿਸਤਾਨ ਦਾ ਨਾਰਾ ਆ ਉਹ ਵੀ ਲਾ ਸਕਦੇ ਹੋ, ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਪ੍ਰਚਾਰ ਆ वो भी कर सकते हो। कहता छोड़ो यार सुप्रीम कोर्ट को, अपने फ्यूचर की बात करें।
ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਫਿਰ ਉਹਨੇ ਮੇਰੇ ਜਿਹੜੇ ਜੀਵਨ ਬਾਰੇ ਬਹੁਤ ਸਾਰੀ ਜਿਹੜੀ ਡਿਟੇਲ ਹੈ ਉਹ ਲਈ ਕਿ ਮੈਂ ਕਿੱਥੋਂ ਪੜ੍ਹਿਆ ਆ, ਕਾਲਜ ਵਿੱਚ ਮੈਂ ਕਿਵੇਂ ਗਿਆ, ਦਮਦਮੀ ਟਕਸਾਲ ਵਿੱਚ ਮੈਂ ਕਿਵੇਂ ਆ, ਮੇਰੇ ਦੋਸਤਾਂ ਦੇ ਜਿਹੜੇ ਨਾਮ, ਮੇਰੇ ਰਿਸ਼ਤੇਦਾਰਾਂ ਦੇ ਨਾਮ, ਮੇਰੇ ਪਰਿਵਾਰ ਵਾਲਿਆਂ ਦੇ ਨਾਮ ਅਤੇ ਹੋਰ ਕਿਹੜੀਆਂ ਜਥੇਬੰਦੀਆਂ ਦੇ ਨਾਲ ਜਿਹੜੀ ਮੇਰੀ ਉਹ ਸਾਂਝ ਆ, ਉਹ ਕਿਹੜੇ ਪ੍ਰੋਗਰਾਮ ਆ ਉਹ ਅਸੀਂ ਕਰਦੇ ਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਆ ਉਹ ਕਰਦੇ ਰਹੇ। ਨਹੀਂ, ਦੇਖਿਆ ਜਾਏ ਤਾਂ ਸਭ ਤੋਂ ਜ਼ਿਆਦਾ ਜ਼ੋਰ ਉਹਨਾਂ ਦਾ ਧਾਰਮਿਕ ਤੌਰ ਤੇ ਤੁਹਾਡੇ ਨਾਲ ਗੱਲਬਾਤ ਕੀਤੀ ਗਈ ਕਿ ਕਿਸਾਨੀ ਧਰਨੇ ਬਾਰੇ ਕੀਤੀ ਗਈ? ਦੇਖੋ, ਕਿਸਾਨੀ ਧਰਨੇ ਬਾਰੇ ਤਾਂ ਮੈਨੂੰ ਉਹਨਾਂ ਨੇ ਕੋਈ ਸਵਾਲ ਨਹੀਂ ਕੀਤਾ, ਪਰ ਬਹੁਤ ਸਾਰੇ ਜਦੋਂ ਉਹ ਸਵਾਲ ਕਰ ਰਹੇ ਸਨ, ਉਹਨਾਂ ਦੇ ਵਿੱਚ ਇੱਕ ਮਾਮੂਲੀ ਜਿਹਾ ਉਹਨਾਂ ਦੇ ਵੱਲੋਂ ਪਹਿਲਾਂ ਇੱਕ ਸਵਾਲ ਸੀ। ਉਹਨਾਂ ਨੇ ਮੈਨੂੰ ਪੁੱਛਿਆ, ਜਦੋਂ ਹੋਰ ਕੁਝ ਪੁੱਛ ਰਹੇ ਸੀ ਕਿ ਤੁਹਾਡੇ ਤੋਂ ਕੀ ਕੁਝ ਹੈਗਾ, ਕਹਿੰਦੇ ਖੇਤੀ ਹੈ, ਜ਼ਮੀਨ ਹੈ। ਮੈਂ ਕਿਹਾ ਨਹੀਂ, ਮੇਰੀ ਖੇਤੀ ਨਹੀਂ ਹੈ, ਜ਼ਮੀਨ नहीं है, मैं शहर में रहता हूँ। मैं हिंदी ਦੇ ਵਿੱਚ ਹੀ ਉਹਨੂੰ ਫਿਰ ਜਵਾਬ ਦਿੱਤਾ। ਕਹਿੰਦਾ ਅਗਰ ਖੇਤੀ नहीं है, ਜ਼ਮੀਨ भी नहीं है, तो किसानी धरने में क्या करते हो? ਮੈਂ ਆਖਿਆ ਸਾਡੇ ਪੰਜਾਬ ਦਾ ਮਸਲਾ ਬਣ ਚੁੱਕਾ ਹੋਇਆ ਆ। ਜਿਹੜਾ ਕਿਸਾਨ ਆ ਉਹ ਇੱਕ ਪੰਜਾਬ ਦੀ ਰੀੜ੍ਹ ਦੀ ਹੱਡੀ ਆ, ਤੇ ਜੇ ਸਾਡੀ ਰੀੜ੍ਹ ਦੀ ਹੱਡੀ ਹੀ ਟੁੱਟ ਗਈ ਤੇ ਫਿਰ ਸਾਡਾ ਪਿੱਛੇ ਕੀ ਬਚੇਗਾ? ਤੇ ਇਹ ਪੰਜਾਬ ਦੀ ਹੋਂਦ ਦਾ, ਪੰਜਾਬ ਦੀ ਅਣਖ ਦਾ, ਪੰਜਾਬ ਦੀ ਆਰਥਿਕਤਾ ਦਾ ਮਸਲਾ ਆ। ਤੇ ਜਿਹੜੇ ਕਿਸਾਨ ਆ ਉਹ ਸਾਡੇ ਵੀਰ ਭਰਾ ਆ, ਜ਼ਿਮੀਦਾਰ ਜਿਹੜਾ ਭਾਈਚਾਰਾ ਆ ਉਹ ਸਾਡੇ ਪੰਜਾਬ ਦੀ ਰੀੜ੍ਹ ਦੀ ਹੱਡੀ ਆ। ਤੇ ਮੈਂ ਉਹਨੂੰ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੇ ਵੀ ਖੇਤੀ ਕੀਤੀ ਸੀ, ਗੁਰੂ ਸਾਹਿਬ ਜੀ ਵੀ ਕਿਸਾਨ ਸਨ, ਹਨਾ। ਜੇਕਰ ਆਪਾਂ ਸੰਸਾਰੀ ਤੌਰ ਦੇ ਉੱਤੇ ਦੇਖੀਏ ਤੇ ਉਹਨਾਂ ਦੇ ਨਾਤੀ ਪੁੱਤਰ ਹੋਣ ਦੇ ਨਾਤੇ ਅਸੀਂ ਵੀ ਸਾਰੇ ਕਿਸਾਨ ਹੀ ਆ। ਦੇਖਿਆ ਜਾਏ ਤੇ ਤੁਹਾਡੇ ਨਾਲ ਜਿਹੜਾ ਕਿੰਨਾ ਲੰਮਾ ਸਮਾਂ ਜਿਹੜੀ ਮੀਟਿੰਗ ਕੀਤੀ ਗਈ ਤੇ ਉਹਦੇ ਵਿੱਚ ਉਹਨਾਂ ਦਾ ਰਵੱਈਆ ਕੀ ਸੀ? ਤੁਹਾਨੂੰ ਖਾਣ ਪੀਣ ਬਾਰੇ ਜਾਂ ਕਿਸੇ ਹੋਰ ਚੀਜ਼ ਬਾਰੇ ਉਹਨਾਂ ਨੇ ਕੋਈ ਗੱਲਬਾਤ ਕੀਤੀ? ਦੇਖੋ, ਚਲੋ ਇਹ ਤੇ ਆਮ ਗੱਲਾਂ ਆ, ਪਰ ਉਹਨਾਂ ਨੇ ਇੱਕ ਦੋ ਵਾਰੀ ਮੈਨੂੰ ਪੁੱਛਿਆ ਕਿ ਚਾਹ ਪੀਣੀ। ਮੈਂ ਕਿਹਾ ਮੈਂ ਚਾਹ ਨਹੀਂ ਪੀਂਦਾ, ਤੇ ਜਿਹੜੀ ਮੈਂ ਕੌਫੀ ਸੀ ਉਹ ਇੱਕ ਦੋ ਵਾਰ ਉਹਨਾਂ ਤੋਂ ਪੀਤੀ ਆ। ਤੇ ਬਾਕੀ ਲਗਾਤਾਰ ਗੱਲਬਾਤ ਹੁੰਦੀ ਰਹੀ ਆ, ਉਹਦੇ ਵਿੱਚ ਬ੍ਰੇਕ ਨਹੀਂ ਸੀ, ਹਨਾ। 11 ਵਜੇ ਤੋਂ ਲੈ ਕੇ ਤਕਰੀਬਨ 7:15 7:30 ਵਜੇ ਤੱਕ ਗੱਲਬਾਤ ਹੁੰਦੀ ਰਹੀ ਆ। ਇਹ ਵੀ ਪੁੱਛਦੇ ਰਹੇ ਕਿ ਵਿਦੇਸ਼ਾਂ ਦੇ ਵਿੱਚੋਂ ਤੁਹਾਨੂੰ ਫੋਨ ਵੀ ਆਉਂਦੇ ਆ, ਉਹਨਾਂ ਨੇ ਤੁਹਾਡੇ ਤੋਂ ਫੋਨ, ਤੁਹਾਡਾ ਜਿਹੜਾ ਨੰਬਰ ਉਹਨਾਂ ਨੇ ਕਿੱਥੋਂ ਲਿਆ? ਮੈਂ ਦੱਸਿਆ ਕਿ ਮੈਗਜ਼ੀਨਾਂ ਦੇ ਵਿੱਚ, ਪੇਪਰਾਂ ਦੇ ਵਿੱਚ, ਅਖਬਾਰਾਂ 'ਚ ਮੇਰਾ ਨੰਬਰ ਅਕਸਰ ਹੀ ਛਪਦਾ ਰਹਿੰਦਾ ਆ। ਫੇਸਬੁੱਕ ਤੇ ਮੇਰਾ ਨੰਬਰ ਪਿਆ ਆ, YouTube ਤੇ ਮੇਰੀਆਂ ਵੀਡੀਓ ਉਹਨਾਂ ਤੇ ਨੰਬਰ ਪਿਆ ਆ। ਤੇ ਅਸੀਂ ਸਿੱਖ ਕੌਮ ਦੀ ਪ੍ਰਤੀਨਿਧਤਾ ਕਰਦੇ ਆ, ਤੇ ਕੋਈ ਵੀ ਦੇਸ਼ ਵਿਦੇਸ਼ ਦਾ ਜਿਹੜਾ ਗੁਰਸਿੱਖ ਆ ਜਾਂ ਪੰਜਾਬ ਦਾ ਕੋਈ ਨੌਜਵਾਨ ਆ, ਪੰਜਾਬ ਦਾ ਕੋਈ ਵਾਸੀ ਉਹ ਮੈਨੂੰ ਫੋਨ ਕਰ ਸਕਦਾ ਆ। ਤੇ ਕੀ ਉਹ ਮੈਨੂੰ ਫੋਨ ਕਰਨਾ ਕਿ ਉਹਨਾਂ ਦੇ ਲਈ ਗੈਰ ਕਾਨੂੰਨੀ ਹੈ ਜਾਂ ਮੇਰੇ ਲਈ ਕੋਈ ਗੈਰ ਕਾਨੂੰਨੀ ਬਣ ਗਿਆ, ਦੇਸ਼ ਧਰੋਹੀ ਬਣ ਗਿਆ ਆ? ਤੇ ਅਸੀਂ ਕੋਈ ਹਿੰਸਕ ਜਾਂ ਅਸੀਂ ਕੋਈ ਕਤਲ ਨਹੀਂ ਕੀਤਾ ਜਾਂ ਮੈਂ ਕੋਈ ਹਥਿਆਰ ਨਹੀਂ ਰੱਖੇ ਹੋਏ। ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਆਪਣੇ ਹੱਕਾਂ ਦੀ ਗੱਲ ਕਰਦੇ ਆ, ਆਪਣੇ ਧਰਮ ਦਾ ਜਿਹੜਾ ਪ੍ਰਚਾਰ ਪ੍ਰਸਾਰ ਆ ਉਹ ਕਰਦੇ ਆ। ਕਹਿੰਦਾ ਬਾਹਰੋਂ ਪੈਸੇ ਵੀ ਆਉਂਦੇ ਆ। ਮੈਂ ਕਿਹਾ ਸਾਡੇ ਧਰਮ ਦੇ ਵਿੱਚ ਇੱਕ ਮਰਿਆਦਾ ਆ, ਦਸਵੰਧ ਦੇਣਾ ਅਤੇ ਦਸਵੰਧ ਲੈਣਾ। ਅਸੀਂ ਦਸਵੰਧ ਦਿੰਦੇ ਵੀ ਆ ਤੇ ਦਸਵੰਧ ਲੈਂਦੇ ਵੀ ਆ। ਜਦੋਂ ਅਸੀਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਆ, ਗੁਰਮਤਿ ਕੈਂਪ ਲਗਾਉਂਦੇ ਆ, ਅਸੀਂ ਅੰਮ੍ਰਿਤ ਸੰਚਾਰ ਕਰਦੇ ਆ, ਕਕਾਰ ਅਸੀਂ ਫ੍ਰੀ ਵੰਡਦੇ ਆ, ਅਤੇ ਇਸ ਤੋਂ ਇਲਾਵਾ ਅਸੀਂ ਲੋੜਵੰਦਾਂ ਦੀ ਸਹਾਇਤਾ ਕਰਦੇ ਆ, ਅਸੀਂ ਸ਼ਹੀਦਾਂ ਦੇ ਪਰਿਵਾਰਾਂ ਦੀ ਸਹਾਇਤਾ ਕਰਦੇ ਆ, ਤੇ ਹੋਰ ਵੀ ਬਹੁਤ ਸਾਰੇ ਜਿਹੜੀਆਂ ਸੇਵਾਵਾਂ ਆ ਅਸੀਂ ਆਪਣੀ ਜਥੇਬੰਦੀ ਵੱਲੋਂ ਕਰਦੇ ਆ। ਤੇ ਜਿਹੜੀਆਂ ਸੰਗਤਾਂ ਆ ਉਹ ਸਾਨੂੰ ਦਸਵੰਧ ਵੀ ਦੇ ਦਿੰਦੀਆਂ। ਤੇ ਉਹ ਜਿਹੜਾ ਦਸਵੰਧ ਕਿੱਥੇ ਕਿੱਥੇ ਲੱਗਾ ਉਹ ਖਾਲਸਾ ਫਤਿਹਨਾਮਾ ਮੈਗਜ਼ੀਨ ਦੇ ਵਿੱਚ ਜਿਹੜਾ ਸਾਰਾ ਰਿਕਾਰਡ ਆ ਉਹ ਛਪਿਆ ਹੋਇਆ ਆ। ਤੇ ਨਾਲੇ ਜਿਨ੍ਹਾਂ ਨੇ ਦਸਵੰਧ ਭੇਜਿਆ ਆ, ਜੇ ਉਹਨਾਂ ਨੂੰ ਨਹੀਂ ਕੋਈ ਪ੍ਰੋਬਲਮ ਤੇ ਤੁਹਾਨੂੰ ਕੀ ਪ੍ਰੋਬਲਮ ਆ ਜੀ? ਕਿ ਪਹਿਲਾਂ ਕਦੀ ਤੁਹਾਡੀ ਜ਼ਿੰਦਗੀ 'ਚ ਜਿਵੇਂ ਤੁਸੀਂ ਪਹਿਲੇ ਹੋਰ ਜਦੋਂ NIA ਦੇ ਤੁਸੀਂ ਗਏ ਹੋ ਤੇ ਇਸ ਤੋਂ ਪਹਿਲਾਂ ਤੁਹਾਡੇ ਤੇ ਕੋਈ ਇਨਵੈਸਟੀਗੇਸ਼ਨ ਪਹਿਲਾਂ ਹੋਈ ਕਦੀ ਪੁਲਿਸ ਵੱਲੋਂ ਜਾਂ ਕਿਸੇ ਵੱਲੋਂ, ਤੁਹਾਨੂੰ ਅਧਿਕਾਰੀ ਵੱਲੋਂ ਤੁਹਾਡੇ ਮਤਲਬ ਘਰ ਤੱਕ ਪਹੁੰਚ ਕੀਤੀ ਗਈ ਹੋ, ਜਾਂ ਕਿਸੇ ਹੋਰ ਕਾਰਨ ਲਈ ਜਿਵੇਂ ਤੁਸੀਂ ਸਰਗਰਮੀ ਰੱਖਦੇ ਹੋ ਜਿਵੇਂ ਧਾਰਮਿਕ ਤੌਰ ਤੇ ਵੀ, ਸੇਵਾਵਾਂ 'ਚ ਵੀ, ਤੇ ਕੀ ਤੁਹਾਡੇ ਤੱਕ ਕਿਸੇ ਨੇ ਕਦੀ ਅੱਜ ਤੱਕ ਇਨਵੈਸਟੀਗੇਟ ਕੀਤੀ ਤੁਹਾਡੇ ਬਾਰੇ? ਇਨਵੈਸਟੀਗੇਸ਼ਨ ਦੇਖੋ, ਮੈਂ 2006-07 ਤੋਂ ਜਿਹੜਾ ਸਰਗਰਮ ਆ ਸਿੱਖੀ ਦੇ ਪ੍ਰਚਾਰ ਵਾਸਤੇ, 2011-12 ਤੋਂ ਮੈਂ ਸਿੱਧੇ ਤੌਰ ਤੇ ਖਾਲਿਸਤਾਨ ਦੀ ਆਜ਼ਾਦੀ ਦੇ ਵਾਸਤੇ ਵੀ ਸਰਗਰਮ ਹੋਇਆ। ਤਕਰੀਬਨ 2014 ਤੋਂ ਜਿਹੜੀਆਂ ਕਈ ਏਜੰਸੀਆਂ ਆ ਜਾਂ ਜਿਹੜੇ ਹੋਰ ਸਰਕਾਰੀ ਮਹਿਕਮੇ ਆ ਜਾਂ ਪੁਲਿਸ ਆ ਉਹ ਮੇਰੇ ਨਾਲ ਗੱਲਬਾਤ ਕਰ ਚੁੱਕੀਆਂ ਹੋਈਆਂ। ਉਹਨਾਂ ਨੇ ਮੈਨੂੰ ਪੁੱਛਗਿੱਛ ਦੇ ਲਈ ਬੁਲਾਇਆ। IB ਵਰਗੀ ਏਜੰਸੀ, ਉਹਨੇ ਵੀ ਮੈਨੂੰ ਕਈ ਵਾਰੀ ਬੁਲਾਇਆ। ਸਾਡੇ ਘਰ ਵੀ ਗੇੜੇ ਮਾਰਦੇ ਰਹੇ ਜਦੋਂ ਮੇਰੀ ਤਵਾਰੀਖ ਸ਼ਹੀਦੇ ਖਾਲਿਸਤਾਨ ਕਿਤਾਬ ਛਪਣੀ ਸੀ। ਅਤੇ 2018 ਦੇ ਵਿੱਚ NIA ਨੇ ਮੇਰੇ ਕੋਲ, ਅਤੇ ਜਿਹੜੇ ਮੇਰੇ ਉਸਤਾਦ ਜੀ ਆ ਜਿਨ੍ਹਾਂ ਨੇ ਮੈਨੂੰ ਲਿਖਣਾ ਸਿਖਾਇਆ, ਸਰਬਜੀਤ ਸਿੰਘ ਘੁਮਾਨ, ਉਹਨਾਂ ਦੀ ਵੀ ਪੁੱਛਗਿੱਛ ਹੋਈ ਸੀ ਉਦੋਂ ਵੀ। ਅਤੇ ਇਸ ਤੋਂ ਇਲਾਵਾ ਹੋਰ CIA ਵਰਗੀਆਂ ਜਿਹੜੀਆਂ ਏਜੰਸੀਆਂ ਜਾਂ ਅਕਸਰ ਹੀ ਥਾਣਿਆਂ ਦੇ ਵਿੱਚ ਪੁਲਿਸ ਕਮਿਸ਼ਨਰ ਸਾਨੂੰ ਸੱਦ ਲੈਂਦੇ ਆ, ਜਾਂ ਇਸ ਤਰ੍ਹਾਂ ਦੀ ਜਿਹੜੀ ਪੁੱਛਗਿੱਛ ਹੁੰਦੀ ਰਹਿੰਦੀ ਆ। 18 ਦੇ ਵਿੱਚ ਵੀ NIA ਨੇ ਕੀਤੀ ਸੀ ਅਤੇ ਹੁਣ ਵੀ NIA ਨੇ 21 ਜਨਵਰੀ 2021 ਨੂੰ ਵੀ ਬੁਲਾਇਆ ਸੀ। ਆਪ ਜੀ ਨੂੰ ਕੀ ਲੱਗਦਾ ਵੀ NIA ਜਿਹੜੀ ਏਜੰਸੀ ਹੈ
ਕਿ ਇਹਨਾਂ ਦਾ ਅਸਲ ਕਾਰਨ ਕੀ ਹੈ ਵੀ ਤੁਹਾਡੇ ਵਰਗੇ ਵੀਰਾਂ ਨੂੰ, ਜਿਵੇਂ ਤੁਹਾਡੇ ਹੋਰ ਵੀ ਜਿਹਨੇ ਪੱਤਰਕਾਰਾਂ ਨੂੰ ਭੇਜੇ ਗਏ ਨੋਟਿਸ, ਅਸਲ ਕਾਰਨ ਕਿਸ ਚੀਜ਼ ਨੂੰ ਮੰਨਦੇ ਹੋ? ਅਸਲ ਕਾਰਨ ਇਹ ਹੈ ਕਿ ਜਿਹੜਾ ਕਿਸਾਨਾਂ ਨੂੰ ਇੰਨਾ ਵੱਡਾ ਸਪੋਰਟ ਮਿਲ ਰਹੀ ਹੈ, ਉਹਨਾਂ ਨੂੰ ਇੰਨੀ ਵੱਡੀ ਹਮਾਇਤ ਮਿਲ ਰਹੀ ਹੈ, ਉਹਨਾਂ ਨੂੰ ਇੰਨਾ ਵੱਡਾ ਜਿਹੜਾ ਸਮਰਥਨ ਮਿਲ ਰਿਹਾ ਆ, ਉਹ ਲੋਕਾਂ ਨੂੰ ਡਰਾਉਣਾ ਚਾਹੁੰਦੇ ਆ, ਸਾਨੂੰ ਨੌਜਵਾਨਾਂ ਨੂੰ ਡਰਾਉਣਾ ਚਾਹੁੰਦੇ ਆ। ਜਿਹੜੀ 26 ਜਨਵਰੀ ਦੀ ਜਿਹੜੀ ਟਰੈਕਟਰ ਰੈਲੀ ਆ, ਉਹ ਇਹਨੂੰ ਕਿਸੇ ਤਰੀਕੇ ਨਾਲ ਜਿਹੜਾ ਹੈਗਾ ਆ ਉਹ ਰੋਕਣਾ ਚਾਹੁੰਦੇ ਆ। 26 ਜਨਵਰੀ ਦੀ ਟਰੈਕਟਰ ਰੈਲੀ ਦੇ ਵਿੱਚ ਨੌਜਵਾਨਾਂ ਦੀ ਜਿਹੜੀ ਸ਼ਮੂਲੀਅਤ ਆ ਉਹਨੂੰ ਉਹ ਘਟਾਉਣਾ ਚਾਹੁੰਦੇ ਆ। ਇੱਕ ਬੜਾ ਵੱਡਾ ਮੁੱਦਾ ਜਿਹਾ ਉਹ ਖੜਾ ਕਰਨਾ ਚਾਹੁੰਦੇ ਆ ਕਿ ਲੋਕ ਡਰ ਜਾਣ। ਕਿਸਾਨਾਂ ਨੂੰ ਜਿਹੜੀ ਹਮਾਇਤ ਮਿਲ ਰਹੀ ਆ ਹਰਿਆਣਾ ਦੀ, ਰਾਜਸਥਾਨ ਦੀ ਅਤੇ ਹੋਰ ਸੂਬਿਆਂ ਦੀ, ਉਹ ਵੀ ਘਟ ਜਾਣ। ਉਹ ਕਿਤੇ ਖਾਲਿਸਤਾਨੀ ਕਹਿ ਕੇ, ਕਿਤੇ ਉਹ ਸਾਨੂੰ ਚੀਨ ਦੇ ਨਾਲ ਜੋੜ ਕੇ, ਕਿਤੇ ਉਹ ਪਾਕਿਸਤਾਨ ਦੇ ਨਾਲ ਜੋੜ ਕੇ, ਕਿਤੇ ਕੈਨੇਡਾ ਦੇ ਨਾਲ ਜੋੜ ਕੇ, ਅਤੇ ਕਿਤੇ ਉਹ ਨਕਸਲਾਈਟ ਹਨਾ ਕਹਿ ਕੇ ਉਹ ਬਦਨਾਮ ਕਰਨਾ ਚਾਹੁੰਦੇ ਆ। ਪਰ ਅਸੀਂ ਕਹਿੰਦੇ ਆ ਕਿ ਅਸੀਂ ਖਾਲਿਸਤਾਨੀ ਹੈ, ਅਸੀਂ ਪੰਜਾਬ ਅਤੇ ਪੰਥ ਦੇ ਹੱਕਾਂ ਦੀ ਜਿਹੜੀ ਗੱਲਬਾਤ ਆ ਉਹ ਕਰਦੇ ਰਵਾਂਗੇ। ਖਾਲਿਸਤਾਨੀ ਹੋਣਾ ਕੋਈ ਗੈਰ ਕਾਨੂੰਨੀ ਨਹੀਂ ਆ। ਖਾਲਿਸਤਾਨੀਆਂ ਨੇ ਵੀ ਕੁਰਬਾਨੀਆਂ ਦਿੱਤੀਆਂ, ਖਾਲਿਸਤਾਨੀਆਂ ਨੇ ਵੀ ਸ਼ਹਾਦਤਾਂ ਦਿੱਤੀਆਂ। ਲੰਬਾ ਸਮਾਂ ਉਹਨਾਂ ਨੇ ਪੰਜਾਬ ਦੀ ਪ੍ਰਤੀਨਿਧਤਾ ਕੀਤੀ, ਅੱਜ ਵੀ ਉਹ ਕਰਦੇ ਆ। ਤੇ ਜਦੋਂ ਕਿਸਾਨੀ ਸੰਘਰਸ਼ ਉੱਠਿਆ, ਖਾਲਿਸਤਾਨੀਆਂ ਦਾ ਸਭ ਤੋਂ ਮੁੱਢਲਾ ਫਰਜ਼ ਬਣਦਾ ਸੀ ਕਿ ਉਹ ਵੀ ਇਸ ਸੰਘਰਸ਼ ਦੇ ਵਿੱਚ ਸ਼ਮੂਲੀਅਤ ਕਰਨ। ਤੇ ਜਿਵੇਂ ਹਰ ਪਾਰਟੀ ਦਾ, ਹਰ ਵਿਚਾਰਧਾਰਾ ਦਾ ਜਿਹੜਾ ਬੰਦਾ ਉਹ ਕਿਸਾਨਾਂ ਦੇ ਸਮਰਥਨ ਦੇ ਵਿੱਚ ਆ, ਇਸੇ ਤਰ੍ਹਾਂ ਖਾਲਿਸਤਾਨੀ ਵੀ ਕਿਸਾਨਾਂ ਦੇ ਸਮਰਥਨ ਦੇ ਵਿੱਚ ਆ। ਦੇਖਿਆ ਜਾਏ ਤਾਂ ਜਿਵੇਂ NIA ਨੋਟਿਸ ਕਿਸੇ ਨੂੰ ਵੀ ਭੇਜ ਸਕਦੀ ਕਿਸੇ ਟਾਈਮ ਵੀ, ਜਿੱਦਾਂ ਕਿ ਤੁਸੀਂ ਕੋਈ ਵੀ ਕਾਨੂੰਨੀ ਕਾਰਵਾਈ ਤੁਹਾਡੇ ਤੋਂ ਪਹਿਲਾਂ ਕਦੀ ਇਹੋ ਜਿਹੀ ਨਹੀਂ ਹੋਈ, ਜਿਵੇਂ ਤੇ ਕੋਈ ਦਰਖਾਸਤ ਹੋਏ ਕਿਸੇ ਬੰਦੇ ਤੇ ਜਾਂ ਕੋਈ ਬੰਦੇ ਕੋਈ ਗਲਤ ਕ੍ਰਾਈਮ ਕੀਤਾ ਹੋਏ, ਕਿ ਜ਼ਰੂਰੀ ਕਿ ਕਿਸੇ ਨੂੰ ਵੀ NIA ਜਦੋਂ ਮਰਜ਼ੀ ਨੋਟਿਸ ਭੇਜ ਕੇ ਆਪਣੇ ਉੱਤੇ ਬੁਲਾ ਸਕਦੀ ਇਨਵੈਸਟੀਗੇਸ਼ਨ ਵਾਸਤੇ? ਦੇਖੋ, ਜਿੰਨਾ ਕੁ ਮੈਂ ਪਤਾ ਕੀਤਾ ਸੀ, ਉਹਨਾਂ ਨੇ ਜਿਹੜਾ ਨੋਟਿਸ ਭੇਜਿਆ ਸੀ ਉਹਦੇ ਅਨੁਸਾਰ ਇੱਕ ਸੰਵਿਧਾਨ ਦੀ ਧਾਰਾ ਆ ਕਿ ਜਿਹੜੀ NIA ਆ ਉਹ ਇੱਕ ਧਾਰਾ ਅਨੁਸਾਰ ਦੇਸ਼ ਦੀ ਸੁਰੱਖਿਆ ਦੇ ਵਾਸਤੇ ਕਿਸੇ ਨੂੰ ਵੀ ਜਿਹੜਾ ਨੋਟਿਸ ਭੇਜ ਕੇ ਪੁੱਛਗਿੱਛ ਦੇ ਲਈ ਉਹਨੂੰ ਬੁਲਾ ਸਕਦੀ ਹੈ, ਜਾਂ ਉੱਤੋਂ ਜਾ ਕੇ ਪੁੱਛਗਿੱਛ ਉਹਦੇ ਘਰ ਜਾ ਕੇ ਕਰ ਸਕਦੀ ਹੈ। ਇੰਨਾ ਕੁ ਮੈਨੂੰ ਕਿਸੇ ਵਕੀਲ ਤੋਂ ਪਤਾ ਲੱਗਾ। ਸੋ ਇਸੇ ਕਰਕੇ ਅਸੀਂ ਦਿੱਲੀ ਵੀ ਉੱਥੇ ਜਾ ਕੇ ਪੇਸ਼ ਹੋਏ। ਅਸੀਂ ਆਪਣਾ ਪੱਖ ਰੱਖਿਆ ਆ ਕਿ ਅਸੀਂ ਧਰਮ ਦਾ ਪ੍ਰਚਾਰ ਪ੍ਰਸਾਰ ਕਰਦੇ ਹਾਂ। ਤੇ ਉਹਨਾਂ ਨੇ ਮਤਲਬ ਕਿ ਸਾਨੂੰ ਇੱਕ ਡਰਾਵਾ ਵੀ ਦੇਣ ਦੀ ਕੋਸ਼ਿਸ਼ ਕੀਤੀ ਕਿ ਖਾਲਿਸਤਾਨੀ ਸਰਗਰਮੀਆਂ ਤੋਂ ਤੁਸੀਂ ਪਿੱਛੇ ਹਟ ਜਾਓ। ਮੈਂ ਕਿਹਾ ਸਰ, ਤੁਸੀਂ ਇਹ ਦੱਸੋ ਕਿ ਇਹ ਕੋਈ ਗੈਰ ਕਾਨੂੰਨੀ ਆ, ਇਹ ਕੋਈ ਦੇਸ਼ ਧਰੋਹੀ ਆ? ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕਈਆਂ ਗੱਲਾਂ ਬਾਤਾਂ ਉਹਨਾਂ ਦੇ ਨਾਲ ਹੋਈਆਂ ਆ। ਜਾਂਦੇ ਜਾਂਦੇ ਦਰਸ਼ਕਾਂ ਨੂੰ ਇਹ ਜ਼ਰੂਰ ਦੱਸ ਜਾਓ ਕਿ NIA ਹੈ, ਮਤਲਬ ਕਿ ਜੇ ਕਿਸੇ ਨੂੰ ਨੋਟਿਸ ਆਉਂਦਾ ਹੈ ਉਹਨੂੰ ਜ਼ਿਆਦਾ ਡਰਨ ਦੀ ਲੋੜ ਨਹੀਂ, ਕਿਉਂਕਿ ਇਸ ਸੋਸ਼ਲ ਮੀਡੀਆ ਤੇ ਬੜਾ ਹਵਾ ਜਿਹਾ ਬਣਾ ਦਿੱਤਾ ਗਿਆ। ਲੋਕੀ ਡਰ ਜੇ ਗਏ, ਕਈ ਸੇਵਾਵਾਂ ਤੋਂ ਵੀ ਲੋਕਾਂ ਨੂੰ ਨੋਟਿਸ ਸੇਵਾਵਾਂ ਕਰ ਰਹੇ ਨੇ, ਉਹਨਾਂ ਨੂੰ ਵੀ ਨੋਟਿਸ ਆਏ ਨੇ, ਵਿੱਚ ਪੱਤਰਕਾਰਾਂ ਨੂੰ ਆਏ ਨੇ ਨਾ। ਤੇ ਉਹ ਲੋਕਾਂ ਨੂੰ ਡਰ ਹੈ ਕਿ ਯਾਰ ਇਨਵੈਸਟੀਗੇਸ਼ਨ ਪੰਦੀ ਕਿਹੋ ਜੀ, ਆਪਾਂ ਫਸ ਜਾਾਂਗੇ, ਸਾਡੇ ਤੇ ਆਪਾ ਲੱਗ ਜੂ, ਵੀ ਜਿਹੜਾ ਕਾਨੂੰਨ ਹੈ ਉਹ ਸਾਡੇ ਤੇ ਲਾ ਦਿੱਤਾ ਜਾਊਗਾ, ਸਾਰੀ ਜ਼ਿੰਦਗੀ ਜੇਲ੍ਹ 'ਚ ਰਹਿਣਾ ਪਊਗਾ। ਇਸ ਕਰਕੇ ਲੋਕੀ ਡਰ ਜੀ ਜਾਂਦੇ ਨੇ। ਇਸ ਚੀਜ਼ ਬਾਰੇ ਥੋੜੇ ਤੁਸੀਂ ਹੋ ਕੇ ਆਏ ਹੋ ਨਾ ਉੱਥੇ, ਇਸ ਬਾਰੇ ਦਰਸ਼ਕਾਂ ਨੂੰ ਜ਼ਰੂਰ ਦੱਸ ਦਿਓ। ਦੇਖੋ, ਡਰਨ ਦੀ ਲੋੜ ਨਹੀਂ ਆ। ਜੇਕਰ ਅਸੀਂ ਡਰ ਜਾਂਦੇ ਆ, ਕਿਸਾਨੀ ਸੰਘਰਸ਼ ਤੋਂ ਪਿੱਛੇ ਹੋ ਜਾਂਦੇ ਆ, ਜਾਂ ਅਸੀਂ ਆਪਣੇ ਹੱਕਾਂ ਦੀ ਗੱਲ ਕਰਨੀ ਬੰਦ ਕਰ ਦਿੰਦੇ ਆ, ਫਿਰ ਤਾਂ ਸਰਕਾਰ ਦਾ ਜੋ ਮਕਸਦ ਸੀ, ਮੋਦੀ ਸਰਕਾਰ ਦਾ ਜਾਂ ਏਜੰਸੀਆਂ ਦਾ ਜੋ ਮਕਸਦ ਸੀ, ਫਿਰ ਤੇ ਉਹਨਾਂ ਦਾ ਪੂਰਾ ਹੋ ਗਿਆ। ਜਦ ਕਿ ਅਸੀਂ ਉਹਨਾਂ ਦੀ ਹਰ ਚਾਲ ਨੂੰ, ਅਸੀਂ ਉਹਨਾਂ ਦੇ ਹਰ ਤਰੀਕੇ ਨੂੰ ਜਿਹੜਾ ਹੈਗਾ ਆ ਉਹ ਨਾਕਾਮਯਾਬ ਕਰਨਾ, ਕਾਮਯਾਬ ਨਹੀਂ ਹੋਣ ਦੇਣਾ। ਤੇ ਜੇਕਰ ਏਜੰਸੀ ਨੇ ਬੁਲਾਇਆ, ਉੱਥੇ ਜਾ ਕੇ ਆਪਣਾ ਪੱਖ ਰੱਖੋ। ਜੇ ਨਹੀਂ ਜਾਣਾ ਤੇ ਆਪਣੇ ਵਕੀਲ ਦੇ ਨਾਲ ਜਿਹੜੀ ਗੱਲਬਾਤ ਆ ਉਹ ਕਰੋ। ਉਹ ਵੀ ਕੋਈ ਕਾਨੂੰਨੀ ਰਾਹ ਜਿਹੜਾ ਉਹ ਲੱਭ ਲੈਣਗੇ। ਪਰ ਜਦੋਂ ਅਸੀਂ ਕੋਈ ਗਲਤ ਕੰਮ ਨਹੀਂ ਕੀਤਾ, ਅਸੀਂ ਕੋਈ ਹਿੰਸਾ ਨਹੀਂ ਕੀਤੀ, ਕੋਈ ਕਤਲ ਨਹੀਂ ਕੀਤਾ, ਤਾਂ ਫਿਰ ਸਾਨੂੰ ਡਰਨ ਦੀ ਕੀ ਲੋੜ ਆ? ਅਸੀਂ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰਦੇ ਹਾਂ, ਆਪਣੇ ਹੱਕਾਂ ਦੀ ਗੱਲ ਕਰਦੇ ਹਾਂ। ਕਿ ਹੁਣ ਇਸ ਦੇਸ਼ ਦੇ ਵਿੱਚ ਹੱਕਾਂ ਦੀ ਗੱਲ ਕਰਨਾ ਵੀ ਗੈਰ ਕਾਨੂੰਨੀ ਹੋ ਗਿਆ? ਕਿ ਉਹ ਦੇਸ਼ ਧਰੋਹੀ ਬਣ ਚੁੱਕਾ ਹੋਇਆ ਕਿ ਅਸੀਂ ਆਪਣਾ ਧਰਮ ਦਾ ਪ੍ਰਚਾਰ ਨਹੀਂ ਕਰ ਸਕਦੇ? ਕਿ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਦੀ ਗੱਲ ਨਹੀਂ ਕਰ ਸਕਦੇ? ਕਿ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਗੱਲ ਨਹੀਂ ਕਰ ਸਕਦੇ? ਕਰ ਸਕਦੇ ਆ। ਜੇਕਰ ਉਹ ਗਾਂਧੀ ਵਰਗਾ ਕਹਿੰਦਾ ਸੀ ਕਿ ਦੇਸ਼ ਧਰੋਹ ਵਰਗਾ ਜਿਹੜਾ ਕਾਨੂੰਨ ਆ ਉਹ ਰੱਦ ਹੋਣਾ ਚਾਹੀਦਾ, ਤੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਇਹ ਜਿਹੜਾ ਕਾਨੂੰਨ ਰੱਦ ਨਹੀਂ ਕੀਤਾ, ਇਹ ਤਾਂ ਗਾਂਧੀ ਦੀ ਗੱਲ ਨਹੀਂ ਮੰਨਦੇ, ਕਿਸਾਨਾਂ ਦੀ ਇਹਨਾਂ ਨੇ ਕੀ ਮੰਨਣੀ ਆ? ਪਰ ਸਾਨੂੰ ਕਾਲੇ ਕਾਨੂੰਨ ਰੱਦ ਕਰਵਾਉਣ ਦੇ ਵਾਸਤੇ ਇਕੱਠੇ ਹੋਣਾ ਪਏਗਾ। ਸਾਨੂੰ ਡਟੇ ਰਹਿਣਾ ਚਾਹੀਦਾ, ਜੂਝਣ ਦੀ ਲੋੜ ਆ। ਸਾਨੂੰ ਜੇ ਮਰਨਾ ਵੀ ਪਵੇਗਾ, ਅਸੀਂ ਪਿੱਛੇ ਨਹੀਂ ਹਟਾਂਗੇ, ਪਰ ਅਸੀਂ ਝੁਕਾਂਗੇ ਨਹੀਂ, ਅਸੀਂ ਲਿਫਾਂਗੇ ਨਹੀਂ, ਅਸੀਂ ਡਰਾਂਗੇ ਨਹੀਂ। ਅਸੀਂ ਆਪਣੇ ਅਕੀਦਾ ਦੇ ਉੱਤੇ ਇੱਕ ਪਰਪੱਕ ਰਹਿ ਕੇ ਕਿਸਾਨੀ ਸੰਘਰਸ਼ ਦੇ ਵਿੱਚ ਜਿਹੜੀ ਸ਼ਮੂਲੀਅਤ ਆ ਉਹ ਕਰਦੇ ਰਹਾਂਗੇ। ਅਸੀਂ ਇੱਥੇ ਦਸਤਾਰਾਂ ਵੰਡੀਆਂ ਸੀ। ਉਹਨਾਂ ਨੇ ਪੁੱਛਿਆ ਕਿ ਉਹ ਦਸਤਾਰਾਂ ਵੰਡਣ ਵਾਸਤੇ ਤੁਹਾਡੇ ਤੋਂ ਪੈਸੇ ਕਿੱਥੋਂ ਆਏ? ਮੈਂ ਕਿਹਾ ਸਾਡੀ ਟਕਸਾਲ ਦੇ ਸਿੰਘ ਆ, ਸਾਡਾ ਕੰਮ ਹੈ ਧਰਮ ਦਾ ਪ੍ਰਚਾਰ ਪ੍ਰਸਾਰ ਕਰਨਾ। ਤੇ ਟਕਸਾਲ ਦੇ ਸਿੰਘਾਂ ਨੇ ਪੈਸੇ ਭੇਜੇ ਤੇ ਉਹਦੇ ਪੈਸੇ ਦੀਆਂ ਦਸਤਾਰਾਂ ਲੈ ਕੇ ਤੇ ਵੰਡ ਦਿੱਤੀਆਂ। ਕਿ ਹੁਣ ਦਸਤਾਰਾਂ ਵੰਡਣਾ ਗੁਨਾਹ ਹੋ ਚੁੱਕਾ? ਕਿਤਾਬਾਂ ਵੰਡਣਾ ਗੁਨਾਹ ਹੋ ਚੁੱਕਾ? ਹੁਣ ਵੀ ਤਾਂ ਮੈਂ ਸਿਰ ਤੇ ਦਸਤਾਰ ਸਜਾਈ ਆ ਕਿ ਮੇਰੇ ਉੱਤੇ ਦੇਸ਼ ਧਰੋਹ ਦਾ ਪਰਚਾ ਪੈ ਜਾਏਗਾ? ਕਿਤਾਬਾਂ ਆਮ ਹੀ ਦੁਕਾਨਾਂ ਤੇ ਵਿਕਦੀਆਂ ਆ, ਤੇ ਕੀ ਕਿਤਾਬਾਂ ਵੰਡਣਾ ਤਾਂ ਕੋਈ ਗੈਰ ਕਾਨੂੰਨੀ ਨਹੀਂ ਆ? ਸੋ ਇਸ ਤਰ੍ਹਾਂ ਦੇ ਮੈਂ ਵੀ ਉਹਨਾਂ ਨੂੰ ਜਿਹੜੇ ਸਵਾਲਾਂ ਦੇ ਜਿਹੜੇ ਜਵਾਬ ਸੀ ਉਹਨਾਂ ਨੂੰ ਦਿੱਤੇ। ਤਕਰੀਬਨ 9 ਘੰਟੇ ਲੰਬੀ ਪੁੱਛਗਿੱਛ ਹੋਈ। ਅੰਦਰ ਜਾਣ ਤੋਂ ਪਹਿਲਾਂ ਉਹਨਾਂ ਨੇ ਮੇਰੀ ਕਿਰਪਾਨ ਦੀ ਜਿਹੜੀ ਧਾਰ ਸੀ ਉਹ ਚੈੱਕ ਕੀਤੀ, ਤੇ ਬਾਅਦ ਵਿੱਚ ਉਹਨਾਂ ਨੇ ਵੀ ਕਿਹਾ ਕਿ ਲੋੜ ਪੈਣ ਤੇ ਅਸੀਂ ਤੁਹਾਨੂੰ ਦੁਬਾਰਾ ਫਿਰ ਬੁਲਾ ਸਕਦੇ ਹਾਂ।
ਬਹੁਤ ਬਹੁਤ ਧੰਨਵਾਦ ਭਾਈ ਰਣਜੀਤ ਸਿੰਘ ਨੇ ਆਪਣਾ ਸਾਰਾ ਸਾਡੇ ਸਾਹਮਣੇ ਦੱਸਿਆ ਵੀ ਜਿਹੜਾ ਅਫਸਰਾਂ ਦਾ ਵਤੀਰਾ ਸੀ NIA ਦਾ ਬਹੁਤ ਠੀਕ ਸੀ, ਪਰ ਉਹਨਾਂ ਨਾਲ ਜਿਹੜੇ ਸਵਾਲ ਕੀਤੇ ਗਏ ਜਿਹੜੇ ਸਵਾਲ ਬਿਲਕੁਲ ਸਹੀ ਨਹੀਂ ਸੀ ਹੈਗੇ, ਜਿਹੜੇ ਵੀ ਕੋਈ ਕੁਛ ਜਿੰਨਾ ਚੋਂ ਨਿਕਲਦਾ ਨਹੀਂ ਹੈਗਾ। ਤੇ ਇਦਾਂ ਦੇ ਧਾਰਮਿਕ ਤੌਰ ਤੇ ਸਵਾਲ ਕੀਤੇ ਗਏ, ਕਿਸਾਨੀ ਬਾਰੇ ਸਵਾਲ ਬਹੁਤੇ ਨਹੀਂ ਕੀਤੇ ਗਏ, ਧਾਰਮਿਕ ਤੌਰ ਤੇ ਕੀਤੇ ਗਏ, ਤੁਸੀਂ ਕਿੰਨੇ ਸਰਕਾਲਿਸਤਾਨੀ ਹੋ ਜਾਂ ਇਹੋ ਜਿਹੀ ਉਹਨਾਂ ਨੂੰ ਕਿਹਾ ਗਿਆ। ਬਟ ਉਹਨਾਂ ਨੇ ਵੀ ਅੱਗੂ ਆਪਣੇ ਲਹਿਜੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੂੰ ਸਮਝਾਇਆ ਔਰ ਦੱਸਿਆ। ਇਸੇ ਤਰ੍ਹਾਂ ਹੀ ਤੁਸੀਂ ਸਾਂਝਾ ਪੰਜਾਬ TV ਨਾਲ ਜੁੜੇ ਰਹੋ। ਸਤਿ ਸ਼੍ਰੀ ਅਕਾਲ। ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ।